ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਇੱਕ ਕਹਾਣੀ ਜਿਸ ਦਾ ਨਾਮ ਹੈ ਕੱਲੋ ਪੜਾਂਗੇ। ਇਹ ਕਹਾਣੀ ਨਾਨਕ ਸਿੰਘ ਦੀ ਲਿਖੀ ਹੋਈ ਹੈ। ਬੱਚਿਓ, ਇਸ ਕਹਾਣੀ ਵਿੱਚ ਅਸੀਂ ਕੀ ਵੇਖਾਂਗੇ ਕਿ ਕੱਲੋ ਨਾਂ ਦੀ ਇੱਕ ਇਸਤਰੀ ਸਾਰਾ ਦਿਨ ਸਫਾਈ ਕਰਦੀ ਰਹਿੰਦੀ ਹੈ, ਕੂੜੇ ਨਾਲ ਲੱਦੀ ਰਹਿੰਦੀ ਹੈ, ਪਰੰਤੂ ਫਿਰ ਵੀ ਬਦਲੇ ਦੇ ਵਿੱਚ ਉਸਨੂੰ ਘਿਰਣਾ ਅਤੇ ਗਾਲਾਂ ਹੀ ਮਿਲਦੀਆਂ ਹਨ। ਪਰੰਤੂ ਲੇਖਕ ਜਦੋਂ ਉਸ ਨਾਲ ਵਧੀਆ ਵਿਵਹਾਰ ਕਰਦਾ ਹੈ ਤਾਂ ਬਦਲੇ ਦੇ ਵਿੱਚ ਉਸ ਦਾ ਵੀ ਕੋਮਲ ਵਿਵਹਾਰ ਸਾਹਮਣੇ ਆਉਂਦਾ ਹੈ। ਇਹ ਦੇਖ ਕੇ ਲੇਖਕ ਬਹੁਤ ਖੁਸ਼ ਹੁੰਦਾ ਹੈ ਅਤੇ ਉਹ ਕੱਲੋ ਵੱਲੋਂ ਦਿੱਤੇ ਗਏ ਤੋਹਫੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲੈਂਦਾ ਹੈ। ਪਿਆਰੇ ਬੱਚਿਓ, ਲੇਖਕ ਦੀ ਕੱਲੋ ਨਾਲ ਪ੍ਰਗਟਾਈ ਹੋਈ ਡੂੰਘੀ ਹਮਦਰਦੀ ਸਾਨੂੰ ਮਾਨਵੀ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ ਅਤੇ ਨਾਲ ਹੀ ਇਸ ਗੱਲ ਦੀ ਵੀ ਸਿੱਖਿਆ ਦਿੰਦੀ ਹੈ ਕਿ ਮਨੁੱਖ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ, ਭਾਵ ਸਮਾਜਿਕ ਤੌਰ 'ਤੇ ਭਾਵੇਂ ਕਿਹੋ ਜਿਹਾ ਵੀ ਹੋਵੇ, ਸਾਨੂੰ ਹਰ ਇੱਕ ਮਨੁੱਖ ਨਾਲ ਹਲੀਮੀ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਹਰੇਕ ਮਨੁੱਖ ਦੇ ਭਾਵਨਾਵਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਆਓ ਵੇਖਦੇ ਹਾਂ ਕਹਾਣੀ ਕੱਲੋ। ਸੰਨ 1936 ਦਾ ਜ਼ਿਕਰ ਹੈ। ਉਸ ਸਾਲ ਮੈਂ ਜਿਸ ਨਾਵਲ ਦੀ ਰਚਨਾ ਆਪਣੇ ਦਿਮਾਗ ਵਿੱਚ ਰਚੀ ਉਸ ਦਾ ਨਾਂ ਸੀ ਕਾਗਤਾਂ ਦੀ ਬੇੜੀ। ਤੇ ਜਦੋਂ ਇਸ ਨੂੰ ਲਿਖਣ ਲਈ ਮੈਨੂੰ ਪਹਾੜ ਜਾਣ ਦੀ ਲੋੜ ਜਾਪੀ ਤਾਂ ਦਿਲ ਵਿੱਚ ਕੁਝ ਗੋਤਿਆਂ ਵਿੱਚ ਪੈ ਗਿਆ। ਖੀਸਾ ਐਤਕੀ ਇਜਾਜ਼ਤ ਨਹੀਂ ਸੀ ਦੇ ਰਿਹਾ, ਸੋ ਮੈਂ ਮਨ ਮਾਰ ਕੇ ਘਰ ਵਿੱਚ ਹੀ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ। ਅਖੀਰ ਇਸੇ ਤਰ੍ਹਾਂ ਔਖਾ ਸੁਖਾਲਾ ਹੋ ਕੇ ਥੋੜ੍ਹੀ ਜਿਹੀ ਰਕਮ ਦਾ ਪ੍ਰਬੰਧ ਕਰ ਹੀ ਲਿਆ ਤੇ 6 ਜੁਲਾਈ ਸੰਨ 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਚੜ੍ਹਿਆ। ਕਈਆਂ ਸਾਲਾਂ ਤੋਂ ਅੱਪਰ ਧਰਮਸ਼ਾਲਾ ਦੇ ਇੱਕ ਰਮਣੀਕ ਥਾਂ ਮੈਕਲੋਡਗੰਜ ਡੇਰਾ ਕਰਦਾ ਹੁੰਦਾ ਸਾਂ, ਪਰ ਐਤਕੀ ਬਟੂਏ ਦਾ ਵਜ਼ਨ ਕੁਝ ਹੌਲਾ ਵੇਖ ਕੇ ਮੈਂ ਮਕਾਨ ਦਾ ਕਿਰਾਇਆ ਬਚਾ ਲਿਆ ਤੇ ਕੋਤਵਾਲੀ ਬਾਜ਼ਾਰ ਆਪਣੇ ਇੱਕ ਰਾਮਗੜੀਆ ਦੋਸਤ ਪਾਸ ਜਾ ਉਤਰਿਆ। ਉਸ ਦਾ ਘਰ ਇੱਕ ਗੁਮਨਾਮ ਜਿਹੇ ਮੁਹੱਲੇ ਵਿੱਚ ਸੀ, ਜਿੱਥੇ ਬਹੁਤੇ ਘਰ ਪੰਜਾਬੀਆਂ ਦੇ ਤੇ ਕੁਝ ਥੋੜ੍ਹੇ ਜਿਹੇ ਦਿੱਲੀ ਵਾਲੇ ਬਾਣੀਆਂ ਦੇ ਸਨ। ਮੇਰਾ ਮਿੱਤਰ ਆਪਣੇ ਛੋਟੇ ਜਿਹੇ ਮਕਾਨ ਵਿੱਚ 1.25 ਲੱਖ ਹੀ ਸੀ, ਜਿਹੜਾ ਦਿਨ ਚੜ੍ਹਦੇ ਪਕਾ ਖਾ ਕੇ ਕੰਮ ਤੇ ਚਲਾ ਜਾਂਦਾ ਤੇ ਸ਼ਾਮੀ ਪਰਤਦਾ ਸੀ। ਮੈਕਲੋਡਗੰਜ ਵਰਗੀ ਨਾ ਤਾਂ ਇੱਥੇ ਇਕਾਂਤ ਸੀ, ਨਾ ਹੀ ਕੋਈ ਸੀਨਰੀ। ਉਂਝ ਮੌਸਮ ਸੋਹਣਾ ਸੀ ਤੇ ਮੇਰੀ ਸਿਹਤ ਵੀ ਕਾਫੀ ਚੰਗੀ ਸੀ, ਜਿਸ ਕਰਕੇ ਲਿਖਣ ਵਿੱਚ ਚੰਗਾ ਸੁਰ ਤਾਲ ਜੁੜ ਗਿਆ। ਗੁਆਂਢੀ ਬੱਚਿਆਂ ਦਾ ਰੌਲਾ ਜ਼ਰੂਰ ਕਿਸੇ ਵੇਲੇ ਅੱਖਰਦਾ, ਪਰ ਉਸ ਤਰ੍ਹਾਂ ਦੀ ਬੇਆਰਾਮੀ ਨਹੀਂ ਸੀ ਮਹਿਸੂਸ ਕਰਦਾ ਜਿਹੋ ਜਿਹੀ ਘਰ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਦੇ ਰੌਲੇ ਰੱਪੇ ਦੀ। ਕਿਉਂਕਿ ਇੱਥੇ ਨਾ ਤਾਂ ਬੱਚੇ ਸਕੂਲ ਜਾਣ ਵੇਲੇ ਮੈਥੋਂ ਫੀਸ ਮੰਗਦੇ ਸਨ ਅਤੇ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਸੀ ਕਿ ਉਹਨਾਂ ਦੇ ਸਕੂਲ ਜਾਣ ਵਿੱਚ ਦੇਰ ਹੋ ਰਹੀ ਹੈ। ਪਰ ਮੇਰੇ ਰਸਤੇ ਵਿੱਚ ਇੱਕ ਐਸੀ ਦਿੱਕਤ ਆ ਪੈਦਾ ਹੋਈ ਜਿਸ ਦਾ ਕੋਈ ਵੀ ਇਲਾਜ ਨਹੀਂ ਸੀ। ਇੱਕ ਮੁਟਿਆਰ ਜਿਹੀ ਜਮਾਦਾਰਨੀ ਰੋਜ਼ ਹੀ 2 ਵੇਲੇ ਮੁਹੱਲੇ ਵਿੱਚ ਆ ਧਮਕਦੀ ਤੇ ਜਿੰਨਾ ਚਿਰ ਮੌਜੂਦ ਰਹਿੰਦੀ, ਨਾ ਉਸਦੀ ਤੇ ਨਾ ਹੀ ਮੁਹੱਲੇ ਵਾਲਿਆਂ ਦੀ ਜ਼ੁਬਾਨ ਮੂੰਹ ਵਿੱਚ ਟਿਕਦੀ। ਕਦੀ ਇੱਕ ਨਾਲ, ਕਦੀ ਦੂਜੇ ਨਾਲ ਤੇ ਕਦੇ ਤੀਜੇ ਨਾਲ ਉਸਦਾ ਆਡਾ ਲੱਗਿਆ ਹੀ ਰਹਿੰਦਾ। ਉਹ ਅੱਤ ਦਰਜੇ ਦੀ ਢੀਠ ਅਤੇ ਮੂੰਹ ਫੱਟ ਸੀ। ਇੱਕ ਦੇ ਬੂਹੇ ਅੱਗੋਂ ਕੂੜਾ ਹੂੰਝ ਕੇ ਕਿਸੇ ਦੂਸਰੇ ਦੇ ਘਰ ਜਾ ਢੇਰੀ ਕਰਦੀ, ਜਿਸ ਕਰਕੇ ਮੇਰੇ ਨਾਵਲ ਵਾਂਗ ਉਸਦੀ ਲੜਾਈ ਦਾ ਕੋਈ ਨਾ ਕੋਈ ਕਾਂਡ ਹਰ ਵੇਲੇ ਛਿੜਿਆ ਹੀ ਰਹਿੰਦਾ। ਇਸ ਤਰ੍ਹਾਂ ਸੜੀ ਲੂਸੀ ਦਿਖਾਈ ਦਿੰਦੀ, ਜਿਵੇਂ ਹਰ ਸਾਹਮਣੇ ਆਉਣ ਵਾਲੇ ਨੂੰ ਕੱਚਿਆਂ ਹੀ ਚੱਬ ਜਾਵੇਗੀ। ਬੇਦਿਲੀ ਤੇ ਬੱਦੋਗਿਰੀ ਜਿਹੀ ਦੀ ਹਾਲਤ ਵਿੱਚ ਝਾੜੂ ਦੀਆਂ ਤੀਲੀਆਂ ਜ਼ਮੀਨ ਤੇ ਘੜੀਸੀ ਜਾਂਦੀ ਤੇ ਨਾਲੋਂ ਨਾਲ ਬੁੜਬੁੜਾਈ ਜਾਂਦੀ। कचरा फेंक कर गले तक ढेर लगा देती है। भाड़ में जाए, सारे दिन की नौकर थोड़ी हूँ। बच्चों को जगह जगह बिठाई देती है। बदले च झट जवाबी हमले शुरू हो जाते। खसमां नूं खाणी किड्डी फिट गई है। जबान खिंच लऊंगी जे मुड़ के मेरे नियाणिਆਂ ਨੂੰ ਨੌ ਲਿਆ। ਹੱਡ ਹਰਾਮ ਔਂਤਰੀ ਪੈਸੇ ਲੈਣ ਵੇਲੇ ਅਗੇਤੀ ਆ ਮਰਦੀ ਏ। ਦਿਨ ਦਿਹਾੜ ਨੂੰ ਵੱਖਰਾ ਬੂਥਾ ਸਾੜੀ ਦਾ ਏ। ਫਿਰ ਵੀ ਸੱਤੀ ਪੀੜੀ ਹੰਗਾਣੀ ਦਾ ਟੰਗਾਰ ਨਹੀਂ ਪੈਂਦਾ। ਹਰ ਵੇਲੇ ਸੜੂ ਸੜੂ ਕਰਦੀ ਰਹਿੰਦੀ ਏ। ਕੋਈ ਕਿੰਨਾ ਹੀ ਉਸਨੂੰ ਬੋਲੀ ਜਾਵੇ, ਚਿল্ਲਾਈ ਜਾਵੇ, ਉਸਦੇ ਮੱਥੇ ਦੀਆਂ ਤਿਉੜੀਆਂ ਕਦੇ ਵੀ ਸਿੱਧੀਆਂ ਨਹੀਂ ਸਨ ਹੁੰਦੀਆਂ। ਨਾ ਹੀ ਉਸਨੂੰ ਇਸ ਗੱਲ ਦੀ ਪਰਵਾਹ ਸੀ ਕਿ ਕੌਣ ਉਸਨੂੰ ਕੀ ਕਹਿ ਰਿਹਾ ਹੈ। ਕੋਈ 1000 ਰੁਪਇਆ ਕੂਕੇ, ਕੱਲੋ ਮੇਰਾ ਕੋਠਾ ਲਾ ਜਾ, ਕੱਲੋ ਕਈਆਂ ਦਿਨਾਂ ਤੋਂ ਤੂੰ ਸਾਡੀ ਨਾਲੀ ਵਿੱਚ ਕੂਚੀ ਨਹੀਂ ਫੇਰੀ, ਬੋ ਆ ਰਹੀ ਹੈ,
ਕੱਲੋ ਆ ਢੇਰੀਆਂ ਤਾਂ ਬੂਹੇ ਅੱਗੋਂ ਚੁੱਕ ਲੈ। ਪਰ ਪਤਾ ਨਹੀਂ ਕੱਲੋ ਨੂੰ ਪਤਾ ਹੀ ਨਾ ਲੱਗਦਾ। ਉਸਨੇ ਜੋ ਕੁਝ ਵੀ ਕਰਨਾ ਹੁੰਦਾ ਆਪਣੀ ਮਰਜ਼ੀ ਨਾਲ ਹੀ ਕਰਦੀ ਸੀ। ਪਤਾ ਨਹੀਂ ਉਹ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਕਿ ਨਾ ਤਾਂ ਲੋਕਾਂ ਦੀਆਂ ਗਾਲਾਂ ਤੋਂ ਛਿੱਥੀ ਪੈਂਦੀ ਅਤੇ ਨਾ ਹੀ ਬੁੜਬੁੜ ਕਰਨੋਂ ਹਟਦੀ, ਜਿਵੇਂ ਗਾਲਾਂ ਖਾਣੀਆਂ ਤੇ ਬੁੜਬੁੜ ਕਰਨਾ ਉਸਦੇ ਨਿਤਨੇਮ ਵਿੱਚ ਸ਼ਾਮਿਲ ਸੀ। ਕੇਵਲ ਇਹੋ ਹੀ ਨਹੀਂ, ਮੈਨੂੰ ਉਸਦੇ ਕਲਾ ਕਲੇਸ਼ ਤੋਂ ਖਿਝ ਸੀ। ਉਸਦੀ ਸ਼ਕਲ ਵੀ ਬੜੀ ਮਨਹੂਸ ਜਾਪਦੀ ਸੀ, ਇੰਨੀ ਮਨਹੂਸ ਕਿ ਵੇਖ ਕੇ ਮੈਨੂੰ ਵੀ ਡਰ ਆਉਣ ਲੱਗਦਾ। ਉਸਦੇ ਚਿਹਰੇ ਉੱਤੇ ਭਾਵੇਂ ਬਦਸੂਰਤੀ ਦਾ ਕੋਈ ਚਿੰਨ੍ਹ ਨਹੀਂ ਸੀ। ਉਮਰ ਵੀ ਉਹੀ ਸੀ ਜਿਸ ਉਮਰੇ ਕਹਿੰਦੇ ਹਨ ਕਿ ਖੋਤੀ ਉੱਤੇ ਵੀ ਹੁਸਨ ਆ ਜਾਂਦਾ ਹੈ, ਅਰਥਾਤ ਭਰ ਜਵਾਨੀ ਦੀ ਉਮਰ ਸੀ। ਫਿਰ ਵੀ ਪਤਾ ਨਹੀਂ ਕਿਉਂ ਉਹ ਸਾਰਿਆਂ ਨੂੰ ਭੈੜੀ ਲੱਗਦੀ ਸੀ। ਇਸ ਮੁਸੀਬਤ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਛੇਕੜ ਫੈਸਲਾ ਕੀਤਾ ਕਿ ਪ੍ਰਭਾਤ ਵੇਲੇ ਉੱਠ ਕੇ ਕੰਮ ਕਰਿਆ ਕਰਾਂ ਤੇ ਉਸ ਕੁਲੈਣੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਮੁਕਾ ਲਿਆ ਕਰਾਂ। ਲਿਖਣ ਦੇ ਸੰਬੰਧ ਵਿੱਚ ਮੇਰੀ ਇੱਕ ਆਦਤ ਬੜੀ ਚੰਦਰੀ ਹੈ ਕਿ ਜੇ ਲਿਖਦਿਆਂ ਰਾਤਾਂ ਕੋ ਮੂਡ ਖਰਾਬ ਹੋ ਜਾਵੇ, ਭਾਵੇਂ 1000 ਕੋਸ਼ਿਸ਼ ਕਰ ਲਵਾਂ, ਸਾਰਾ ਦਿਨ ਮੈਂ ਕੁਝ ਨਹੀਂ ਲਿਖ ਸਕਦਾ। ਅਖੀਰ ਲਾਚਾਰ ਹੋ ਕੇ ਮੈਂ ਫੈਸਲਾ ਕਰ ਲਿਆ ਕਿ ਇੱਥੋਂ ਡੇਰਾ ਚੁੱਕਿਆ ਜਾਵੇ, ਭਾਵੇਂ ਮਸਾਣਾ ਦੀ ਬਰਾਦਰੀ ਵਿੱਚ ਹੀ ਕਿਉਂ ਨਾ ਜਾ ਕੇ ਰਹਿਣਾ ਪਵੇ। ਸਬੱਬ ਨਾਲ ਅਗਲੇ ਦਿਨ ਰਾਤੀ ਮੈਂ ਇਹੋ ਫੈਸਲਾ ਕਰਕੇ ਸੁੱਤਾ ਕਿ ਦਿਨ ਚੜ੍ਹਦੇ ਹੀ ਮੈਂ ਆਪਣਾ ਬੋਰੀਆ ਬਿਸਤਰਾ ਇੱਥੋਂ ਚੁੱਕ ਕੇ ਲੈ ਜਾਵਾਂਗਾ। ਪਰ ਦੂਜੇ ਦਿਨ ਸਵੇਰ ਤੋਂ ਹੀ ਬਾਰਿਸ਼ ਇੰਨੇ ਜ਼ੋਰ ਦੀ ਸ਼ੁਰੂ ਹੋ ਗਈ ਕਿ ਮੈਂ ਜਾ ਨਾ ਸਕਿਆ। ਉਸੇ ਤਰ੍ਹਾਂ ਟੁੱਟੇ ਦਿਲ ਨਾਲ ਮੈਂ ਆਪਣਾ ਕੰਮ ਛੂਹ ਲਿਆ। ਬੇਤਹਾਸ਼ਾ ਮੀਂਹ ਪੈਣ ਦਾ ਇੱਕ ਲਾਭ ਇਹ ਵੀ ਹੋਇਆ ਕਿ ਕੱਲੋ ਅੱਜ ਸਵੇਰ ਤੋਂ ਵਿਖਾਈ ਨਾ ਦਿੱਤੀ। ਫਿਰ ਵੀ ਜਿੰਨਾ ਚਿਰ ਮੈਂ ਲਿਖਦਾ ਰਿਹਾ, ਇਹੋ ਸਹਿਮ ਦਿਲ ਵਿੱਚ ਬਣਿਆ ਰਿਹਾ ਕਿ ਹੁਣ ਵੀ ਆਈ, ਹੁਣ ਵੀ ਆਈ। ਗੁਆਂਢੋਂ ਜੇ ਕਿਸੇ ਜਨਾਨੀ ਦੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੰਦੀ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ ਕਿ ਉਹ ਆ ਗਈ ਹੈ। ਸ਼ਾਮੀ ਕੰਮ ਤੋਂ ਵਾਪਸ ਆਉਂਦਾ ਹੋਇਆ ਮੇਰਾ ਦੋਸਤ ਕੁਝ ਅੰਬ ਖਰੀਦ ਕੇ ਲੈ ਆਇਆ। ਅੱਜ ਦਿਲ ਕਾਫੀ ਖੁਸ਼ ਸੀ, ਇੱਕ ਤਾਂ ਮੌਸਮ ਚੰਗਾ ਹੋਣ ਕਰਕੇ ਅਤੇ ਦੂਜਾ ਕੱਲੋ ਦੇ ਨਾਂ ਆਉਣ ਕਰਕੇ। ਅੱਜ ਕੰਮ ਦੀ ਵੀ ਖਾਸੀ ਝੁੱਟੀ ਲੱਗ ਗਈ ਸੀ। ਦੁਪਹਿਰ ਵੇਲੇ ਜਦ ਮੀਂਹ ਦਾ ਜ਼ੋਰ ਹਟ ਕੇ ਭੂਰ ਪੈ ਰਹੀ ਸੀ ਤਾਂ ਮੈਂ ਬਰਾਂਡੇ ਵਿੱਚ ਕੈਨਵਸ ਦੀ ਆਰਾਮ ਕੁਰਸੀ ਢਾਹ ਕੇ ਅੰਬਾਂ ਵਾਲੀ ਬਾਲਟੀ ਆਪਣੇ ਲਾਗੇ ਰੱਖ ਕੇ ਅੰਬ ਚੁੱਪਣ ਲੱਗ ਪਿਆ। 5-7 ਅੰਬ ਹੀ ਮੁਕਾਏ ਸਨ ਕਿ ਮੇਰੇ ਸਿਰ ਤੇ ਬਿਜਲੀ ਆਣ ਕੜਕੀ। ਆਕਾਸ਼ ਵਿੱਚੋਂ ਨਹੀਂ, ਧਰਤੀ ਤੋਂ ਇੱਕ ਕੁਰਖਤ ਜਿਹੀ ਆਵਾਜ਼ ਮੇਰੇ ਕੰਨਾਂ ਨਾਲ ਟਕਰਾਈ। सरदार, तुम्हें दिखाई नहीं देता? तमाम कचरा बिखेर दिया तुमने। दरोगा देखेगा तो हमारे कान ईंठेगा। मैं कंब उठिया, कुछ कल्लो दी कड़क सुन के ते कुछ अपनी मूर्खता दा ख्याल करके। सचमुच ही मैं अंब चूप के छिल्लां ਅਤੇ ਗਿਟਕਾਂ ਇੰਜ ਬੇਪਰਵਾਹੀ ਨਾਲ ਸੁੱਟੀ ਜਾ ਰਿਹਾ ਸੀ ਜਿਵੇਂ ਆਪਣਾ ਹੀ ਰਾਜ ਹੁੰਦਾ ਏ। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਹੁਣ ਖਬਰੇ ਮੇਰੇ ਨਾਲ ਇਹ ਕੀ ਬਣਾਵੇਗੀ। ਬਹੁਤਾ ਡਰ ਤਾਂ ਇਸ ਗੱਲ ਦਾ ਸੀ ਕਿ ਕੋਈ ਗੁਆਂਢੀ ਮੇਰੀ ਦੁਰਗਤ ਹੁੰਦੀ ਵੇਖ ਨਾ ਲਵੇ। ਮੈਂ ਝਟਪਟ ਕੁਰਸੀ ਤੋਂ ਉੱਠਿਆ ਤੇ ਇਹ ਕਹਿੰਦਾ ਹੋਇਆ ਗਿਟਕਾਂ ਛਿੱਲੜਾਂ ਇਕੱਠੀਆਂ ਕਰਨ ਲੱਗ ਪਿਆ कि बड़ी भूल हुई बहन, माफ़ करना, परदेसी हूँ, ख्याल नहीं रहा, फिर ऐसी भूल कभी नहीं करूँगा। मेरा ख्याल सी कि अपने सुभाਅ अनुसार वो मेरे उत्ते काफ़ी वरेगी, पर मैं हैरान रह गया कि उसने बुल तो बुल ना चुक्या। ते जदों मैं अद्धियां कुछ हिलड़ा समेट चुक्या सी तां वो बोली, तुम रहने दो सरदार, मैं उठा लेती हूँ। मैं हट गया ते बाल्टी विचों हथ धोण लग्या। उसने अपने झाड़ू नाल ਗਿਟਕਾਂ ਛਿੱਲੜਾਂ ਹੂੰਝ ਲਈਆਂ, ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ ਤੇ ਸਭ ਕੁਝ ਛਾਬੇ ਵਿੱਚ ਪਾ ਕੇ ਚਲਦੀ ਬਣੀ। ਮੈਂ ਅੰਬਾਂ ਵੱਲੋਂ ਵਿਹਲਾ ਹੋ ਕੇ ਮੁੜ ਆਪਣੇ ਕੰਮ ਵਿੱਚ ਜੁਟ ਪਿਆ। ਮੀਂਹ ਦੇ ਜ਼ੋਰ ਕਰਕੇ ਉਸ ਦਿਨ ਵੀ ਮੈਂ ਥਾਂ ਬਦਲ ਨਾ ਸਕਿਆ। ਦੂਸਰੇ ਦਿਨ ਜਦ ਕੱਲੋ ਆਈ ਤਾਂ ਸਭ ਤੋਂ ਪਹਿਲਾਂ ਉਸਨੇ ਮੇਰੇ ਘਰ ਦੇ ਅੱਗੋਂ ਸਾਫ਼ ਕੀਤਾ, ਨਾਲੀ ਨੂੰ ਸਾਫ਼ ਕੀਤਾ। ਉਸਨੇ ਖਰੋਚ ਕੇ ਨਾਲੀ ਸਾਫ਼ ਕੀਤੀ ਅਤੇ ਇਸ ਕੰਮੋਂ ਵਿਹਲੀ ਹੋ ਕੇ ਮੇਰੇ ਲਾਗੇ ਜਿੱਥੇ ਮੈਂ ਬੈਠਾ ਲਿਖ ਰਿਹਾ ਸੀ ਆ ਕੇ ਪੁੱਛਣ ਲੱਗੀ, ਦਾਦਾ, ਭੀਤਰ ਕੂੜਾ ਹੋ ਤੋ ਬਾਹਰ ਫੈਂਕ ਦੋ। ਨਹੀਂ ਹੈ, ਇਹ ਕਹਿ ਕੇ ਮੈਂ ਮੂੰਹ ਧਿਆਨ ਆਪਣੇ ਕੰਮ ਲੱਗਾ ਰਿਹਾ। ਉਸ ਦੇ ਵਾਕ ਵਿਚਲੇ ਦਾਦਾ ਸ਼ਬਦ ਨੇ ਮੈਨੂੰ ਜਰਾ ਔਖਿਆਂ ਕੀਤਾ। ਕੀ ਇਹ ਆਪਣੇ ਆਪ ਨੂੰ ਮੇਰੀ ਪੋਤੀ ਦੀ ਉਮਰ ਦੀ ਖਿਆਲ ਕਰਦੀ ਹੈ
ਕਿ 40 ਵਰ੍ਹਿਆਂ ਦੀ ਉਮਰੇ ਕੋਈ ਆਪਣੇ ਆਪ ਨੂੰ ਕਿਸੇ ਮੁਟਿਆਰ ਦਾ ਦਾਦਾ ਕਹਾਉਣਾ ਬਰਦਾਸ਼ਤ ਕਰ ਸਕਦਾ ਹੈ? ਸਦਾ ਤੋਂ ਉਲਟ ਮੈਂ ਉਸ ਦਿਨ ਕੱਲੂ ਦੇ ਸੁਭਾਅ ਵਿੱਚ ਇੱਕ ਤਬਦੀਲੀ ਵੇਖੀ। ਅੱਜ ਨਾ ਤਾਂ ਉਸਨੇ ਕਿਸੇ ਨਾਲ ਆਡਾ ਲਾਇਆ ਸੀ ਅਤੇ ਨਾ ਹੀ ਜਵਾਬ ਵਿੱਚ ਉਸਨੂੰ ਕਿਸੇ ਨੇ ਗਾਲਾਂ ਕੱਢੀਆਂ ਸਨ। ਝਾੜੂ ਛਾਬਾ ਉਸਨੇ ਪਰਾਂ ਇੱਕ ਦਰਖਤ ਦੇ ਮੁੱਢ ਨਾਲ ਖੜੇ ਕਰ ਦਿੱਤੇ ਤੇ ਆਪ ਉਹ ਮੇਰੇ ਲਿਖੇ ਹੋਏ ਵਰਕਿਆਂ ਵੱਲ ਨੀਝ ਲਾ ਕੇ ਵੇਖਣ ਲੱਗੀ। ਮੈਂ ਸੋਚਿਆ ਸ਼ਾਇਦ ਕੱਲ ਵਾਲੇ ਕੰਮ ਦੀ ਮਜ਼ਦੂਰੀ ਮੰਗਣ ਲਈ ਖੜੀ ਹੋਵੇਗੀ। ਹੱਥ ਵਿੱਚ ਜੇਬ ਵਿੱਚ ਪਾ ਕੇ ਮੈਂ ਕੋਈ ਸਭ ਤੋਂ ਛੋਟਾ ਸਿੱਕਾ ਪੋਟਿਆਂ ਨਾਲ ਲੱਭਣ ਲੱਗਾ। ਹੱਥ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਸਨੇ ਮੇਰੇ ਉੱਤੇ ਸਵਾਲ ਕੀਤਾ, "ये क्या लिखते हो दादा?" "ऐसे ही कुछ लिखता हूँ।" ਅਤੇ ਖਹਿੜਾ ਛੁਡਾਉਣ ਦੇ ਖਿਆਲ ਨਾਲ ਮੈਂ ਇੱਕ ਆਨਾ ਉਸ ਵੱਲ ਸੁੱਟਿਆ ਅਤੇ ਕਿਹਾ, "ਲੈ ਰਹਿਣੇ ਦੋ ਦਾਦਾ।" ਕਹਿ ਕੇ ਉਸਨੇ ਇੱਕ ਆਨਾ ਜਿੱਥੇ ਮੈਂ ਸੁੱਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ। ਕੇਵਲ ਇੱਕ ਵਾਰੀ ਉਸਨੇ ਤੱਕ ਕੇ ਦੁਬਾਰਾ ਨਜ਼ਰ ਹਟਾ ਲਈ। ਕਿੰਨੀ ਲਾਲਚਣ ਹੈ, ਮੈਂ ਦਿਲ ਵਿੱਚ ਕੁੜ ਰਿਹਾ ਸੀ ਕਿ ਇੰਨੇ ਕੁ ਕੰਮ ਦੀ ਮਜ਼ਦੂਰੀ ਇੱਕ ਆਨਾ ਥੋੜੀ ਹੈ। ਪਰ ਮੈਂ ਮੂੰਹੋਂ ਇਸਨੂੰ ਇਸ ਡਰੋਂ ਕੁਝ ਨਾ ਕਿਹਾ ਕਿ ਇਹ ਗਲੇ ਦਾ ਹਾਰ ਬਣ ਜਾਵੇਗੀ। ਮੈਂ ਦੂਸਰਾ ਆਨਾ ਫਿਰ ਉਸ ਵੱਲ ਸੁੱਟਿਆ। ਉਸਨੇ ਲਾਪਰਵਾਹੀ ਨਾਲ ਦੂਜੇ ਆਨੇ ਵੱਲ ਵੀ ਨਹੀਂ ਤੱਕਿਆ ਤੇ ਬੋਲੀ, "नहीं लूंगी।" "अरे तो क्या तुम्हें रुपया चाहिए इतने से काम के लिए?" मैं तैश ਵਿੱਚ ਆ ਕੇ ਗੱਲ ਕਹਿ ਗਿਆ, ਪਰ ਜਿਉਂ ਹੀ ਉਸਦੇ ਚਿਹਰੇ ਉੱਤੇ ਡੂੰਘੀ ਨਜ਼ਰ ਸਿੱਟੀ ਤਾਂ ਮੈਨੂੰ ਸ਼ਰਮਸਾਰ ਹੋਣਾ ਪਿਆ। ਮੇਰਾ ਵੱਸ ਹੁੰਦਾ ਤਾਂ ਮੈਂ ਆਪਣੇ ਕਹੇ ਹੋਏ ਸ਼ਬਦ ਨਿਗਲ ਲੈਂਦਾ। ਮੇਰੀਆਂ ਪਛਤਾਈਆਂ ਹੋਈਆਂ ਤਿਉੜੀਆਂ ਵੀ ਉਸਦੇ ਮੱਥੇ ਉੱਤੇ ਨਹੀਂ ਸਨ। ਮੈਨੂੰ ਇਉਂ ਜਾਪਿਆ ਜਿਵੇਂ ਕੱਲੋ ਦੇ ਨਕਸ਼ਾਂ ਉੱਤੇ ਅੱਜ ਕੋਈ ਅਨੋਖਾ ਜਿਹਾ ਹੁਸਨ ਨਿਖਰ ਗਿਆ ਹੁੰਦਾ ਹੈ। ਬੋਲਣ ਤੋਂ ਪਹਿਲਾਂ ਉਸਦੇ ਹੋਠਾਂ ਉੱਤੇ ਇੱਕ ਤਬੱਸਮ ਜਿਹਾ ਲਿਸ਼ਕਿਆ। ਅੱਖਾਂ ਦੀਆਂ ਪਲਕਾਂ ਉਸਦੀਆਂ ਕਿਸੇ ਸੁਖਾਵੇਂ ਜਿਹੇ ਭਾਰ ਨਾਲ ਥੋੜੀਆਂ ਜਿਹੀਆਂ ਨੀਵੀਆਂ ਹੋ ਗਈਆਂ। ਉਸਦੀਆਂ ਗੱਲਾਂ ਉੱਤੇ ਇੱਕ ਤਰ੍ਹਾਂ ਦਾ ਪਖਾਅ ਜਿਹਾ ਪੈਦਾ ਹੋ ਗਿਆ ਅਤੇ ਸੰਗਦਿਆਂ ਸੰਗਦਿਆਂ ਜਿਵੇਂ ਚਿੱਥ ਕੇ ਉਸਦੇ ਮੂੰਹੋਂ ਨਿਕਲਿਆ, "ਤੁਮਨੇ ਕੱਲ ਮੁਝੇ ਬਹਿਨ ਕਹਾ ਥਾ।" ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਇੱਕ ਅਤ ਔਖੇ ਸਵਾਲ ਦਾ ਹੱਲ ਜਿਸ ਨੂੰ ਮੈਂ ਕਈਆਂ ਦਿਨਾਂ ਤੋਂ ਸੋਚ ਰਿਹਾ ਸਾਂ ਮੇਰੇ ਸਾਹਮਣੇ ਸੀ। ਕੱਲੋ ਜਿਸ ਨੂੰ ਮੈਂ ਹੁਣ ਤੱਕ ਕਲੇਸ਼ ਦੀ ਮੂਰਤ ਤੇ ਰੂਹ ਸਮਝਦਾ ਸੀ, ਇਸ ਨਿੱਕੇ ਜਿਹੇ ਵਾਕ ਨੇ ਜਿਵੇਂ ਸਾਰੀ ਦੀ ਸਾਰੀ ਕੱਲੋ ਮੇਰੇ ਸਾਹਮਣੇ ਬਦਲ ਦਿੱਤੀ। ਮੇਰੀ ਨਫ਼ਰਤ ਪਿਆਰ ਵਿੱਚ ਵਟ ਗਈ। ਪੈਡ ਤੇ ਕਲਮ ਰੱਖ ਦਿੱਤੇ ਤੇ ਇੱਕ ਵਾਰੀ ਹੋਰ ਮੈਂ ਉਸ ਵੱਲ ਤੱਕਿਆ। ਕੱਲੋ ਦੇ ਨਕਸ਼ਾਂ ਵਿੱਚੋਂ ਹੁਸਨ ਤੇ ਪਿਆਰ ਦੀਆਂ ਛੁਆਵਾਂ ਉੱਠ ਉੱਠ ਕੇ ਦੁਆਲੇ ਨੂੰ ਰੁਸ਼ਨਾ ਰਹੀਆਂ ਸਨ। ਮੀਂਹ ਇਸ ਵੇਲੇ ਕਾਫੀ ਤੇਜ਼ ਹੋ ਗਿਆ ਸੀ ਤੇ ਵਾਛੜ ਦਾ ਰੁੱਖ ਇਸ ਪਾਸੇ ਸੀ। ਕੱਲੋ ਉਸੇ ਤਰ੍ਹਾਂ ਮੀਂਹ ਵਿੱਚ ਭਿੱਜ ਰਹੀ ਸੀ। ਮੈਂ ਉਸਨੂੰ ਕਿਹਾ, "ਜਰਾ ਅੰਦਰ ਆ ਜਾਓ, ਤੁਮ ਭੀਗ ਰਹੀ ਹੋ।" ਉਸਨੇ ਪੂਰੇ ਭਰੋਸੇ ਤੇ ਅਪਣੱਤ ਭਰੀ ਨਜ਼ਰ ਨਾਲ ਮੇਰੇ ਵੱਲ ਤੱਕਿਆ ਤੇ ਬੋਲੀ, "कोई बात नहीं दादा, हम लोग तो इसी तरह भीगा करते हैं।" ਜਵਾਨੋਂ ਤਾਂ ਕੱਲੋ ਨੇ ਕਹਿ ਦਿੱਤਾ, ਪਰ ਉਸਦੇ ਚਿਹਰੇ ਤੋਂ ਕੁਝ ਹੋਰ ਹੀ ਪੜ ਰਿਹਾ ਸੀ। ਉਹ ਬਿਨਾਂ ਮੇਰੇ ਨਾਲ ਕੁਝ ਗੱਲਾਂ ਕੀਤੇ ਜਾਣਾ ਨਹੀਂ ਸੀ ਚਾਹੁੰਦੀ ਤੇ ਮੈਂ ਜਰਾ ਦਾਈਏ ਭਰੇ ਰੌਂ ਵਿੱਚ ਕਿਹਾ, "ਥੋੜੀ ਦੇਰ ਕੇ ਲਈ ਛੱਤ ਕੇ ਨੀਚੇ ਹੋ ਜਾਓ।" ਅੰਦਰ ਆਉਣ ਦੀ ਉਸਦੀ ਸਲਾਹ ਸੀ, ਪਰ ਕਿਸੇ ਸੰਗ ਨੇ ਉਸਨੂੰ ਰੋਕਿਆ ਹੋਇਆ ਸੀ। ਖਿਲਰੇ ਹੋਏ ਭਾਂਡੇ ਟੀਂਡੇ ਤੱਕ ਕੇ ਉਹ ਬੋਲੀ, "ਪਰ ਯਹਾਂ ਤੋਂ ਤੁਮ ਰੋਟੀ ਬਣਾਤੇ ਹੋ?" ਤੇ ਨਾਲ ਹੀ ਉਸਦੇ ਕਦਮਾਂ ਵਿੱਚ ਹਰਕਤ ਜਿਹੀ ਆ ਗਈ। "ਕਹਾਂ ਕੀ ਰਹਿਣੇ ਵਾਲੀ ਹੋ?" ਮੈਂ ਪੁੱਛਿਆ। "बंगाल की।" "अरे तुम लोग इतनी दूर चले आए, उधर तुम्हें काम नहीं मिलता?" "भगवान की इच्छा है दादा, जहाँ पर रोजी बनी होती है वहीं पर जाना पड़ता है।" ਉਸਦੇ ਮੂੰਹੋਂ ਘੜੀ ਮੁੜੀ ਦਾਦਾ ਸ਼ਬਦ ਮੈਂ ਆਪਣੇ ਸੰਬੋਧਨ ਵਿੱਚ ਸੁਣ ਕੇ ਕਚੀਚੀਆਂ ਜਿਹੀਆਂ ਵੱਟਦਾ, ਪਰ ਇਸ ਦਾ ਭੇਤ ਝੱਟ ਹੀ ਮੇਰੇ ਸਾਹਮਣੇ ਖੁੱਲ੍ਹ ਗਿਆ। ਮੈਨੂੰ ਯਾਦ ਆਇਆ ਕਿ ਬੰਗਲਾ ਬੋਲੀ ਵਿੱਚ ਵੱਡੇ ਭਰਾ ਨੂੰ ਦਾਦਾ ਕਹਿ ਕੇ ਬੁਲਾਇਆ ਜਾਂਦਾ ਹੈ। ਮੈਂ ਸੋਚ ਰਿਹਾ ਸੀ ਕਿ ਪਿਆਰ ਦੀ ਕਿੱਡੀ ਭੁੱਖ ਹੈ ਇਸ ਕੁੜੀ ਦੇ ਅੰਦਰ, ਤੇ ਸ਼ਾਇਦ ਇਸੇ ਚੀਜ਼ ਦੀ ਅਪ੍ਰਾਪਤੀ ਨੇ ਇਸ ਦੇ ਸੁਭਾਅ ਵਿੱਚ ਹਿੰਸਾ ਤੇ ਨਫ਼ਰਤ ਭਰ ਦਿੱਤੀ ਹੈ। ਨਫ਼ਰਤ ਦੀ ਦੁਨੀਆ ਵਿੱਚ ਇਹ ਜੰਮੀ, ਤਿਰਸਕਾਰ ਦੀ ਖੁਰਾਕ ਖਾ ਕੇ ਪਲੀ ਵਿਚਾਰੀ ਸਾਰਾ ਦਿਨ ਲੋਕਾਂ ਦੀ ਗੰਦਗੀ ਢੋਂਦੀ ਹੈ, ਪਰ ਬਦਲੇ ਵਿੱਚ ਇਸ ਨੂੰ ਮਿਲਦਾ ਕੀ ਹੈ? ਗਾਲਾਂ, ਝਿੜਕਾਂ ਤੇ ਨਫ਼ਰਤ।
ਮਾਨੋ ਕੱਲੋ ਲਈ ਇਹ ਜ਼ਿੰਦਗੀ ਨਫ਼ਰਤ ਦਾ ਹੀ ਦੂਸਰਾ ਨਾਂ ਹੈ। ਦੁਨੀਆ ਇਸ ਨੂੰ ਨਫ਼ਰਤ ਕਰਦੀ ਹੈ ਤੇ ਇਹ ਦੁਨੀਆ ਨੂੰ। ਉਹ ਦਹਲੀਜ਼ ਦੇ ਅੰਦਰ ਹੋ ਜਾਣ ਤੇ ਵੀ ਵਾਛੜ ਦੀ ਮਾਰ ਤੋਂ ਬਚ ਨਾ ਸਕੀ। ਮੈਂ ਜਦ ਉਸਨੂੰ ਇੱਕ ਵਾਰ ਫੇਰ ਅੰਦਰ ਆਉਣ ਲਈ ਕਿਹਾ ਤਾਂ ਬੋਲੀ, पर भीतर तुम्हारे बर्तन पड़े हैं दादा। तो क्या हर्ज है, बर्तन किसी दूसरे के नहीं, तुम्हारे दादा के ही हैं। जापदा सी जिवें मेरा ਇਹ ਵਾਕ ਸੁਣ ਕੇ ਕੱਲੋ ਇੱਕ ਵਾਰੀ ਕਿਸੇ ਮਿਠਾਸ ਦੀ ਡੂੰਘਾਈ ਵਿੱਚ ਗੁਆਚ ਗਈ। ਉਹ ਅੰਦਰ ਲੰਘ ਆਈ, ਪਰ ਸ਼ਾਇਦ ਉਸਨੂੰ ਡਰ ਸੀ ਕਿ ਉਸਦੇ ਕੱਪੜਿਆਂ ਵਿੱਚੋਂ ਸਿਮ ਰਹੇ ਪਾਣੀ ਨਾਲ ਕਮਰੇ ਦਾ ਫਰਸ਼ ਗਿੱਲਾ ਨਾ ਹੋ ਜਾਵੇ। ਉਹ ਥੋੜੀ ਥੋੜੀ ਕੰਬ ਰਹੀ ਸੀ। ਮੇਰਾ ਦਿਲ ਚਾਹਿਆ ਕਿ ਬਿਸਤਰੇ ਤੋਂ ਕੰਬਲ ਚੁੱਕ ਕੇ ਉਸਦੇ ਮੋਢਿਆਂ ਤੇ ਸੁੱਟ ਦਿਆਂ, ਪਰ ਇੰਨੀ ਫਰਾਖ ਦਿਲੀ ਮੈਂ ਵਿਖਾ ਨਾ ਸਕਿਆ। ਬਾਹਾਂ ਹਿੱਕ ਨਾਲ ਲਾਈ ਉਹ ਕੰਬਦੀ ਹੋਈ ਮੈਨੂੰ ਪੁੱਛਣ ਲੱਗੀ, तुम कहाँ रहते हो दादा? अमृतसर में। यहाँ कितने दिन ठहरोगे? ठहरना तो कुछ ज़्यादा दिन है, पर इस मकान से शायद कल चला जाऊँगा। क्यों? यहाँ पर शोर बहुत है, लिखने में तकलीफ़ होती है। कुछ चिर वो चुप रही, कुछ सोचती रही ते फिर बोली, ये तुम क्या लिखा करते हो दादा? किताबें लिखता हूँ, पर किताब के हर्फ तो और तरह के होते हैं। ये वैसे ही बन जाएंगे। मशीन में डालने से? हाँ, मेरा मामू कह रहा था एक मशीन होती है जिसमें किताब छापी जाती है। तुम पढ़ना जानती हो? नहीं दादा, हम लोग नहीं पढ़ा करते। मेरा एक ठो चचेरा भाई था, उसने अंग्रेजी पढ़ी थी और वो क्रिस्तान बन गया। अच्छा दादा, अमृतसर में भी पानी पड़ता है? हाँ पड़ता है, पर बहुत नहीं। वहाँ तुम्हारा कौन कौन है? औरत हैं, बच्चे हैं। अरे दादा, लड़की जिसके घर में ना हो वो भगवान तो होगा ही। अरे दादा, लड़की जिस घर में ना हो वो भगवान तो होगा ही। मेरी 4 बहनें हैं और भाई एक भी नहीं। माँ बाप बेचारे हर वक्त ते गल करदी करदी वो चुप हो गई। मींह ठहर चुका सी। वो बोली, अच्छा दादा, पानी थम गया, अब जाऊंगी। ਮੁੜ ਮੈਨੂੰ ਥਾਂ ਬਦਲਣ ਦੀ ਲੋੜ ਨਹੀਂ ਪਈ। ਉਸ ਤੋਂ ਬਾਅਦ ਜਿੰਨੇ ਦਿਨ ਮੈਂ ਉੱਥੇ ਰਿਹਾ ਬੜੇ ਆਰਾਮ ਨਾਲ ਬੀਤੇ। ਮੇਰੇ ਕੰਮ ਵਿੱਚ ਕੋਈ ਵਿਘਨ ਨਹੀਂ ਸੀ। ਕੱਲੋ ਆਪਣੇ ਨਿਯਤ ਵਕਤ ਸਿਰ ਆਉਂਦੀ, ਮੁਹੱਲਾ ਸੰਭਰਦੀ, ਘਰਾਂ ਦੀ ਸਫਾਈ ਕਰਦੀ ਤੇ ਜਾਣ ਤੋਂ ਪਹਿਲਾਂ 2 ਘੜੀਆਂ ਮੇਰੇ ਕੋਲ ਠਹਿਰਦੀ, ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਤੇ ਫਿਰ ਚਲੀ ਜਾਂਦੀ। ਨਾਵਲ ਦਾ ਕੰਮ ਸਫਲਤਾ ਨਾਲ ਸਿਰੇ ਚੜ੍ਹ ਗਿਆ ਤੇ ਜਿੰਨੇ ਦਿਨ ਰਹਿਣ ਦਾ ਮੇਰਾ ਟੀਚਾ ਸੀ ਪੂਰਾ ਹੋ ਗਿਆ। ਮੈਂ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ। ਟੁਰਨ ਤੋਂ ਪਹਿਲੇ ਦਿਨ ਦਾ ਜ਼ਿਕਰ ਹੈ। ਕੱਲੋ ਕੰਮਕਾਰ ਤੋਂ ਵਿਹਲੀ ਹੋ ਕੇ ਜਦ ਮੇਰੇ ਪਾਸ ਆ ਖੜੋਤੀ ਤਾਂ ਮੈਂ ਉਸਨੂੰ ਕਿਹਾ, ਕੱਲ ਹਮ ਚਲੇ ਜਾएंगे ਕੱਲੋ ਰਾਣੀ। ਚਲੇ ਜਾएंगे ਦਾਦਾ? ਉਸਨੇ ਸ਼ਾਇਦ ਕੁਝ ਘਬਰਾ ਕੇ ਕਿਹਾ, ਜਿਵੇਂ ਕਿਸੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨੂੰ ਕਹੀਦਾ ਹੈ, ਤੇ ਆਪਣੇ ਇਸ ਕਹਿਣ ਢੰਗ ਤੋਂ ਜਿਵੇਂ ਆਪ ਹੀ ਕੱਚੀ ਜਿਹੀ ਹੋ ਗਈ। जल्दी कहाँ, 1 महीने के करीब हो गया। फिर कब आओगे? भगवान ने चाहा तो दूसरे साल। जरा इधर आना कल्लो। मैं जेब विच हथ पांदियां उसनों कहा ते वो बिना हिचकिचाहट मेरे कोल आ खड़ोती। मैं उस वेले मंजे ते बैठा सां। जेब चों 1 रुपया कढ के उसदे हथ ते धरिया अते उसदे सिर ते हथ फेरिया। उसने 1 वेरा मोड़न दा यतन कीता, पर जद मेरे मूँहों उसने सुनिया अपने दादा को नाराज़ करोगी ਤਾਂ ਉਸਨੇ ਪ੍ਰਸੰਨਤਾ ਨਾਲ ਇਸ ਨੂੰ ਰੱਖ ਲਿਆ। ਦੂਜੇ ਦਿਨ ਸਵੇਰੇ ਮੇਰਾ ਮਿੱਤਰ ਆਪਣੇ ਵਕਤ ਸਿਰ ਮੈਨੂੰ ਫਤਿਹ ਬੁਲਾ ਕੇ ਕੰਮ ਤੇ ਚਲਾ ਗਿਆ ਤੇ ਮੈਂ ਆਪਣਾ ਸਮਾਨ ਬੰਨ੍ਹਣ ਵਿੱਚ ਰੁੱਝ ਗਿਆ। ਪਰ ਮੇਰਾ ਧਿਆਨ ਮੁਹੱਲੇ ਦੇ ਸਿਰੇ ਵੱਲ ਸੀ। ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਹੋਰ ਕੱਲੋ ਨੂੰ ਮਿਲਣਾ ਚਾਹੁੰਦਾ ਸੀ। ਮੋਟਰ ਦਾ ਵਕਤ ਹੋ ਗਿਆ ਸੀ, ਪਰ ਕੱਲੋ ਨਾ ਆਈ। ਦਿਲ ਨੂੰ ਨਿਰਾਸ਼ਾ ਹੋਈ। ਛੇਕੜ ਕੁਲੀ ਪਾਸੋਂ ਸਮਾਨ ਚੁਕਵਾ ਕੇ ਮੈਂ ਅੱਡੇ ਜਾ ਪਹੁੰਚਿਆ, ਪਰ ਨਜ਼ਰ ਮੇਰੀ ਅਜੇ ਵੀ ਸੜਕ ਦੇ ਦੋਹਾਂ ਸਿਰਿਆਂ ਤੱਕ ਫਿਰਦੀ ਹੋਈ ਕੱਲੋ ਦੀ ਭਾਲ ਕਰ ਰਹੀ ਸੀ। ਜਿਉਂ-ਜਿਉਂ ਮੋਟਰ ਤੁਰਨ ਦਾ ਵਕਤ ਨੇੜੇ ਆਈ ਜਾਂਦਾ, ਮੇਰੇ ਦਿਲ ਦੀ ਬੇਆਰਾਮੀ ਵੱਧਦੀ ਜਾਂਦੀ। ਭਾਵੇਂ ਕੱਲੋ ਦੇ ਆਉਣ ਦੀ ਹੁਣ ਮੈਨੂੰ ਕੋਈ ਆਸ ਨਹੀਂ ਸੀ, ਫਿਰ ਵੀ ਮੈਂ ਤਦ ਤੱਕ ਬਾਹਰ ਹੀ ਖੜਾ ਰਿਹਾ
ਜਦ ਤੱਕ ਡਰਾਈਵਰ ਨੇ ਸਵਾਰੀਆਂ ਨੂੰ ਸੱਦਣ ਲਈ ਹਾਰਨ ਨਾ ਵਜਾ ਦਿੱਤਾ। ਮੈਂ ਢਿੱਲੇ ਕਦਮੀ ਬਾਰੀ ਵੱਲ ਮੁੜਿਆ ਤੇ ਅੰਦਰ ਲੰਘ ਕੇ ਆਪਣੀ ਸੀਟ ਤੇ ਜਾ ਬੈਠਾ। ਡਰਾਈਵਰ ਦੀ ਪਿੱਠ ਪਿੱਛੇ ਮੇਰੀ ਸੀਟ ਸੀ। ਜਿਉਂ ਹੀ ਇੰਜਣ ਸਟਾਰਟ ਹੋਇਆ, ਕੱਲੋਂ ਮੇਰੀ ਨਜ਼ਰੀਂ ਪਈ। ਉਸਨੇ ਸਿਰ ਤੇ ਇੱਕ ਲੰਮੀ ਟੋਕਰੀ ਚੁੱਕੀ ਹੋਈ ਸੀ ਤੇ ਬੜੀ ਔਖੀ ਹੋ ਕੇ ਸਾਰਾ ਜ਼ੋਰ ਲਾ ਕੇ ਮੋਟਰ ਵੱਲ ਭੱਜੀ ਆ ਰਹੀ ਸੀ। ਮਿਸਟਰ ਡਰਾਈਵਰ, ਜ਼ਰਾ 1 ਮਿੰਟ, ਬੜੀ ਮਿਹਰਬਾਨੀ, ਮੈਂ ਮਿੰਨਤ ਕੀਤੀ ਤੇ ਨੇਕ ਡਰਾਈਵਰ ਮੰਨ ਗਿਆ। ਮੈਂ ਛਲਾਂਗ ਮਾਰ ਕੇ ਹੇਠਾਂ ਉਤਰਿਆ। ਪੂਰੀ ਤੇਜ਼ੀ ਨਾਲ ਦੌੜ ਕੇ ਮੈਂ ਕੱਲੋ ਨੂੰ ਅੱਗਲ ਵਾਂਢੇ ਲਿਆ ਤੇ ਉਸ ਪਾਸੋਂ ਛਿੱਕੂ ਫੜ ਲਿਆ। ਮੁਝੇ ਦੇਰ ਹੋ ਗਈ ਦਾਦਾ, ਸਾਹ ਨਾਲ ਸਾਹ ਮਿਲਣ ਦੀ ਕੋਸ਼ਿਸ਼ ਕਰਦੀ ਹੋਈ ਕੱਲੋ ਬੋਲੀ। ये थोड़े आम लाई हूँ अपनी भावज के लिए, इन्हें तो लोगे? अपनी कसम, मैंने इनको छुआ तक नहीं। ਤੇ ਉਹ ਮੇਰੇ ਵੱਲ ਇਸ ਤਰ੍ਹਾਂ ਤੱਕੀ ਜਿਵੇਂ ਆਪਣੀਆਂ ਭਾਵਨਾਵਾਂ ਦੀ ਪ੍ਰਵਾਨਗੀ ਮੰਗ ਰਹੀ ਹੋਵੇ। ਕਿਉਂ ਨਹੀਂ ਲੂੰਗਾ? ਮੈਂ ਬੜੇ ਪਿਆਰ ਨਾਲ ਉਸ ਦਾ ਸਿਰ ਪਲੋਸਦਾ ਹੋਇਆ ਮੋਟਰ ਵੱਲ ਜਾ ਰਿਹਾ ਸੀ। ਅਗਰ ਤੁਮ ਇਹ ਨਾ ਲਾਤੀ तो मैं तुमसे बहुत नाराज हो जाता। ਕੱਲੋ ਖਿੜ ਗਈ। ਉਸਦੇ ਚਿਹਰੇ ਤੇ ਨਾ ਸੰਭਾਲੀ ਜਾ ਸਕਣ ਵਾਲੀ ਖੁਸ਼ੀ ਦੇ ਭਾਵ ਸਨ। तुम कितने अच्छे हो दादा, मुझे तो बड़ा फिक्र था, जाने दादा लेंगे या नहीं। ਹਾਰਨ ਫੇਰ ਵੱਜਿਆ, ਜਿਹੜਾ ਕੇਵਲ ਮੈਨੂੰ ਹੀ ਸੱਦਣ ਲਈ ਸੀ। ਟੋਕਰੀ ਮੈਂ ਛੱਤ ਤੇ ਰਖਵਾ ਦਿੱਤੀ ਤੇ ਅੰਦਰ ਬੈਠਣ ਤੋਂ ਪਹਿਲਾਂ ਆਪਣੀ ਉਸ ਪਿਆਰ ਦੀ ਦੇਵੀ ਨੂੰ, ਅੱਛਾ ਕੱਲੋ ਭੈਣ, ਹਮ ਫਿਰ ਮਿਲेंगे ਕਹਿ ਕੇ ਉਹ ਬੱਸ ਦੀ ਬਾਰੀ ਵੱਲ ਮੁੜ ਪਿਆ। ਪਰਤ ਕੇ ਦੇਖਿਆ ਤਾਂ ਕੱਲੋ ਭਰਾ ਦੇ ਪਿਆਰ ਵਿੱਚ ਭਿੱਜੀ ਹੋਈ ਅਹਿੱਲ ਖੜੀ ਸੀ ਅਤੇ ਬੱਸ ਵੱਲ ਵੇਖ ਰਹੀ ਸੀ। ਬਹੁਤ ਬਹੁਤ ਧੰਨਵਾਦ।